ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਕੁੱਤਿਆਂ ਦੀ ਲੜਾਈ ਹੋ ਪਈ। ਉਹ ਕੁੱਤਿਆਂ ਦੀ ਲੜਾਈ ਦੇ ਵਿੱਚ ਦੋ ਬੰਦਿਆਂ ਦੀ ਮੌਤ ਹੋ ਗਈ। ਉਹ ਕੁੱਤੇ ਕਿਹੜੇ ਨੇ? ਇੱਕ ਕਾਂਗਰਸ, ਇੱਕ ਬਾਦਲ। ਇਹ ਦੋਨਾਂ ਕੁੱਤਿਆਂ ਦੀ ਜਿਹੜੀ ਪਾਰਟੀ ਸੀ ਉਹ ਆਪੋ ਵਿੱਚ ਹੀ ਲੜ ਪਏ। ਲੜਨ ਦੇ ਨਾਲ ਦੋ ਬੰਦਿਆਂ ਦੀ ਮੌਤ ਹੋ ਗਈ। ਹੁਣ ਇਹ ਕੁੱਤੇ ਆਪੋ ਵਿੱਚ ਹੀ ਇੱਕ ਨੇ। ਹੁਣ ਤੁਸੀਂ ਦੇਖ ਲਓ, ਜਿਹੜੇ ਕੁੱਤੇ ਵੱਡੇ ਕੁੱਤੇ ਨੇ ਉਹ ਕੁੱਤੇ ਆਪੋ ਵਿੱਚ ਹੀ ਤਾਂ ਇੱਕ ਨੇ। ਭਾਵੇਂ ਕਾਂਗਰਸ ਹੋਵੇ, ਬਾਦਲ ਹੋਵੇ, ਬੀਜੇਪੀ ਹੋਵੇ, ਇਹ ਸਾਰੇ ਕੁੱਤੇ ਆਪੋ ਵਿੱਚ ਹੀ ਇੱਕ ਨੇ। ਅੱਜ ਕਾਂਗਰਸ ਵਾਲਿਆਂ ਨੇ ਬੋਲਿਆ ਕਿ ਜੀ ਜਿਹੜੇ ਬੀਜੇਪੀ ਵਾਲੇ ਜਾਂਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਵਿਰੋਧ ਨਾ ਕੀਤਾ ਜਾਵੇ, ਕਿਉਂਕਿ ਇਹ ਲੋਕਤੰਤਰ ਦੇ ਵਿੱਚ ਵਿਰੋਧ ਨਹੀਂ ਹੋਣਾ ਚਾਹੀਦਾ। ਦੱਸੋ, ਇਹ ਲੋਕਤੰਤਰ ਦੇ ਵਿੱਚ ਵਿਰੋਧ ਨਹੀਂ ਹੋਣਾ ਚਾਹੀਦਾ। ਜਿਹੜਾ ਲੋਕਾਂ ਦਾ ਘਾਣ ਕੀਤਾ ਜਾਂਦਾ, ਲੋਕਾਂ ਨੂੰ ਮਾਰਿਆ ਜਾਂਦਾ, ਕਾਲੇ ਕਾਨੂੰਨ ਬਣਾ ਕੇ ਲੋਕਾਂ ਦੀਆਂ ਜ਼ਮੀਨਾਂ ਖੋਹੀਆਂ ਜਾਂਦੀਆਂ ਨੇ। 200 ਦੇ ਕਰੀਬ ਕਿਸਾਨ ਮਰ ਗਿਆ ਧਰਨਿਆਂ ਦੇ ਵਿੱਚ। ਇਹ ਕਹਿੰਦੇ ਨੇ ਜੀ ਵਿਰੋਧ ਨਹੀਂ ਕਰਨਾ ਚਾਹੀਦਾ। ਦੱਸੋ, ਐਡੇ ਗੰਦੇ ਨੇ ਇਹ। ਇੱਕ ਪਾਸੇ ਤਾਂ ਇਹ ਹਮੈਤੀ ਨੇ, ਦੂਜੇ ਪਾਸੇ ਬੀਜੇਪੀ ਵਾਲਿਆਂ ਦੇ ਹਮੈਤੀ ਨੇ। ਭਾਵੇਂ ਕਾਂਗਰਸ ਹੋਵੇ, ਭਾਵੇਂ ਬਾਦਲ ਹੋਵੇ, ਭਾਵੇਂ ਬੀਜੇਪੀ ਹੋਵੇ, ਇਹ ਸਾਰੇ ਚੋਰ ਕੁੱਤੇ ਇੱਕ ਨੇ। ਹੁਣ ਤੁਹਾਨੂੰ ਸੁਣਾਉਂਦੇ ਆ ਕਿ ਕਾਂਗਰਸ ਵਾਲਿਆਂ ਨੇ ਕੀ ਬੋਲਿਆ, ਸੁਖਬੀਰ ਬਾਦਲ ਕੁੱਤੇ ਨੇ ਕੀ ਬੋਲਿਆ, ਇਹ ਕੁੱਤਿਆਂ ਨੇ ਕੀ ਬੋਲਿਆ, ਤੁਹਾਨੂੰ ਸੁਣਾਉਂਦੇ ਆ, ਫਿਰ ਅੱਗੇ ਗੱਲ ਕਰਦੇ ਆ। मैं जिन्हें भी जथेबंदियां या जो भी जिन्हों ने आ किया है उन्होंने हथ जोड़ के मेरी बेनती है, पंजाब नूं बदनाम ना करो। असी पंजाबी जिहड़े आ, असी धक्के के खिलाफ लड़ते हैं। जे असी धक्का करन लगे तो असी मोदी साहब नूं किहड़े मूंह नाल कहांगे, फिर साडे दे अंदर ते मोदी साहब के अंदर की फर्क रह गया? इस गल दा मैं इहदे नाल सहमत नहीं कि किसी का इस तरह विरोध किया जाए। अश्विनी शर्मा जी, मैं इस गल दे बिल्कुल खिलाफ हां। पता हार रहे हो, चलो साडे करते, बीजेपी भी नाल दे नाल करते, आप भी करते, और सारे क्लियर। आज गुंडागर्दी से परवाह ना करो, डट के लड़ो। ਤੁਸੀਂ ਆਪ ਸੁਣਿਆ ਕਿ ਬਾਦਲ ਵੀ ਹਮਾਇਤ ਕਰ ਰਿਹਾ ਬੀਜੇਪੀ ਦੀ, ਕਾਂਗਰਸ ਵੀ ਹਮਾਇਤ ਕਰ ਰਹੀ ਆ ਕਿ ਅੰਦਰੋਂ ਇਹ ਕੁੱਤੇ ਇੱਕ ਨੇ। ਬਾਹਰੋਂ ਦਿਖਾਵਾ ਕਰਦੇ ਨੇ, ਲੋਕਾਂ ਦਾ ਘਾਣ ਕਰਦੇ ਨੇ। ਪਿੰਡਾਂ ਦੇ ਵਿੱਚ ਇਹਨਾਂ ਨੇ ਆਪਣੇ ਗੈਂਗਸਟਰ ਪੈਦਾ ਕੀਤੇ ਹੋਏ ਨੇ। ਉਹ ਗੈਂਗਸਟਰ ਪੈਦਾ ਕੀਤੇ ਹੋਏ ਨੇ, ਸਰਪੰਚ ਗੈਂਗਸਟਰ। ਉਹਨਾਂ ਨੂੰ ਲਾਲਚ ਦਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਤੁਹਾਨੂੰ ਇੰਨਾ ਪੈਸਾ ਦੇਵਾਂਗੇ। ਉਹ ਪੈਸਾ ਦੇ ਦੇ ਕੇ ਸੱਟ ਕੇ ਗੁਰੂ ਘਰ ਦੀ ਗੋਲਕ ਲੁੱਟ ਕੇ ਉਹ ਗੁਰੂ ਘਰ ਦੀ ਗੋਲਕ ਲੁੱਟੀ ਹੋਈ ਫਿਰ ਲੋਕਾਂ ਦੀ ਵੰਡਦੇ ਨੇ। ਉਹ ਲੋਕ ਲਾਲਚ ਦੇ ਵਿੱਚ ਅੰਨੇ ਹੋ ਗਏ ਨੇ, ਇੰਨੇ ਅੰਨੇ ਹੋ ਗਏ ਨੇ ਕਿ ਕਤਲ ਕਰਨ ਲੱਗੇ ਵੀ ਪਰਵਾਹ ਨਹੀਂ ਕਰਦੇ, ਥਾੜ ਦੇ ਕੇ ਬੰਦੇ ਨੂੰ ਮਾਰ ਦਿੰਦੇ ਨੇ। ਐਡੇ ਗੁੰਡੇ ਇਕੱਠੇ ਹੋਏ ਨੇ। ਫਿਰ ਇਹ ਲੋਕਤੰਤਰ ਆ ਜਿੱਥੇ ਲੋਕਾਂ ਦਾ ਘਾਣ ਕੀਤਾ ਜਾਂਦਾ, ਜਿੱਥੇ ਲੋਕਾਂ ਨੂੰ ਮਾਰਿਆ ਜਾਂਦਾ। ਇਹ ਨੇ ਲੋਕਤੰਤਰ ਵਾਲੇ ਨੇ, ਇਹ ਨੇ ਬਾਦਲ ਕੇ ਕਾਲੀ। ਆ ਤੁਸੀਂ ਜੱਪਲ ਜਿਹਾ ਦੇਖਦੇ ਹੋ, ਜਿਹੜਾ ਬਾਦਲ ਆ ਬੁੱਢਾ, ਇਹ ਕੁੱਤੇ ਬੁੱਢੇ ਨੇ ਹਰਮੰਦਰ ਸਾਹਿਬ ਢਹਾਇਆ, ਗੁਰੂ ਘਰ ਢਹਾ ਕੇ ਇੰਦਰਾ ਗਾਂਧੀ ਨਾਲ ਮਿਲ ਕੇ ਕੁੱਤਾ ਫੇਰ ਹੱਸਦਾ ਫੇਰ ਚੰਗਾ। ਦੱਸੋ ਕਿੱਦਾਂ ਦੀ ਰਾਜਨੀਤੀ ਕਰਦੇ ਨੇ? ਗੁਰੂ ਘਰ ਨੂੰ ਆਪਣੀ ਰਾਜਨੀਤੀ ਯੂਜ਼ ਕਰਦੇ ਨੇ, ਅੱਜ ਵੀ ਤੇ ਪਹਿਲਾਂ ਵੀ। ਇਹ ਆਪਣੀ ਰਾਜਨੀਤੀ ਦੇ ਵਿੱਚ ਗੁਰੂ ਘਰ ਨੂੰ ਸ਼ਾਮਿਲ ਕਰ ਲੈਂਦੇ ਨੇ। ਐਡੇ ਕੁੱਤੇ ਨੇ ਜਿਨ੍ਹਾਂ ਨੇ ਗੁਰੂ ਘਰ ਨੂੰ ਨਹੀਂ ਬਖਸ਼ਿਆ, ਉਹ ਆਮ ਲੋਕਾਂ ਨੂੰ ਕਿਵੇਂ ਬਖਸ਼ਣਗੇ? ਪਰ ਅੰਨੇ ਨੇ ਉਹ ਲੋਕ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਹੁਣ ਤੁਸੀਂ ਦੱਸੋ ਕਿ ਜਿੰਨੇ ਐਮਐਲਏ ਨੇ, ਮੰਤਰੀ ਨੇ, ਸਰਪੰਚ ਨੇ, ਜਿੰਨਾ ਵੀ ਚੋਰਾਂ ਦਾ ਟੋਲਾ ਉਹ ਪੂਰਾ ਟੋਲਾ ਵੱਡੇ ਚੋਰ ਦੇ ਨਾਲ ਟੈਚ ਆ। ਸੁਖਬੀਰ ਬਾਦਲ ਨਾਲ, ਦੂਜੇ ਬਾਦਲ ਨਾਲ ਟੈਚ ਆ ਨਾ ਪੂਰਾ ਟੋਲਾ। ਹੁਣ ਇਹ ਚੋਰਾਂ ਦੇ ਟੋਲੇ ਨੂੰ ਇਹ ਚਾਹੀਦਾ ਵੀ ਇਹ ਚੋਰਾਂ ਨੂੰ ਵਿੱਚੋਂ ਕੱਢ ਦੇਣਾ ਚਾਹੀਦਾ। ਜਿਹੜੇ ਵੱਡੇ ਇਹ ਚੋਰ ਨੇ ਸੁਖਬੀਰ ਬਾਦਲ ਤੇ ਬਾਦਲ, ਇਹਨਾਂ ਨੇ ਪੰਜਾਬ ਨੂੰ ਬਹੁਤ ਲੁੱਟ ਲਿਆ, ਬਹੁਤ ਇਨਸਾਨੀਅਤ ਦਾ ਕਤਲੇਆਮ ਕਰਿਆ, ਕੁਛ ਨਹੀਂ ਛੱਡਿਆ ਇਹਨਾਂ ਨੇ। ਕਾਲੀ ਨਾਂ ਨੂੰ ਵੀ ਇਹਨਾਂ ਨੇ ਬਦਨਾਮ ਕਰਤਾ। ਪਰ ਜੇ ਕਿਸੇ 'ਚ ਮਾੜਾ ਮੋਟੀ ਰਹਿਮ ਦਿਆ ਹੈਗੀ ਆ, ਉਹ ਕਹਿੰਦੇ ਨੇ ਅਸੀਂ ਇਨਸਾਨ ਆ। ਵੈਸੇ ਤਾਂ ਸਾਰੇ ਹੀ ਕਹਿੰਦੇ ਨੇ ਜੀ ਦੇਸ਼ ਦੀ ਸੇਵਾ ਕਰ ਰਹੇ ਆ। ਉਧਰ ਬੀਜੇਪੀ ਵਾਲੇ ਵੀ ਕਹਿੰਦੇ ਦੇਸ਼ ਦੀ ਸੇਵਾ ਕਰ ਰਹੇ ਆ, ਉਧਰ ਬਾਦਲ ਵੀ ਕਹਿੰਦਾ ਮੈਂ ਦੇਸ਼ ਦੀ ਸੇਵਾ ਕਰ ਰਿਹਾ, ਉਧਰ ਕਾਂਗਰਸ ਵੀ ਕਹਿੰਦੀ ਮੈਂ ਸੇਵਾ ਕਰ ਰਿਹਾ। ਪਰ ਇਹੋ ਜਿਹੀ ਸੇਵਾ ਤੋਂ ਕੀ ਲੈਣਾ? ਜਿੱਥੇ ਇੰਨੀ ਸੇਵਾ ਹੁੰਦੀ ਹੋਵੇ, ਲੋਕ ਡਰ ਕੇ ਮੁਲਕ ਛੱਡ ਕੇ ਦੂਜੇ ਮੁਲਕਾਂ, ਬਾਹਰਲੇ ਮੁਲਕਾਂ 'ਚ ਭੱਜਣ। ਲੋਕ ਡਰ ਕੇ ਬਾਹਰਲੇ ਮੁਲਕਾਂ ਨੂੰ ਭੱਜਣ। ਫਿਰ ਬਾਰਡਰਾਂ ਤੇ, ਮੈਕਸੀਕੋ ਦੇ ਬਾਰਡਰਾਂ ਤੇ ਕਿੰਨੇ ਨੌਜਵਾਨ ਮਰ ਗਏ, ਕਿੰਨੇ ਥੋਂ ਲੋਕ ਮਰਦੇ ਨੇ ਇੰਡੀਆ ਤੋਂ ਡਰ ਕੇ ਜਾਂਦੇ ਹੋਏ, ਭੱਜਦੇ ਹੋਏ। ਪਰ ਇਹ ਸੇਵਾ ਕਰਦੇ, ਇਹਨਾਂ ਦੀ ਜਿਹੜੀ ਸੇਵਾ ਕੀਤੀ ਹੋਈ ਆ, ਕਿੰਨੇ ਲੱਖਾਂ ਦੇ ਹਿਸਾਬ ਨਾਲ ਦਿੱਲੀ ਧਰਨਿਆਂ ਤੇ ਬੈਠੇ ਨੇ। ਉੱਥੇ ਕਿੰਨੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਤਾ, ਪਰ ਇਹ ਸੇਵਾ ਕਰ ਰਹੇ ਨੇ। ਹੁਣ ਇਹ ਰਾਜਨੀਤੀ ਕਰਦੇ ਨੇ। ਕੋਈ ਕਹਿੰਦਾ ਮੈਂ ਇੰਨੇ ਵਕੀਲ ਦੇ ਰਿਹਾ, ਕੋਈ ਕਹਿੰਦਾ ਮੈਂ ਇੰਨੇ ਵਕੀਲ ਦੇ ਰਿਹਾ।
ਪਰ ਜਿਹੜੇ ਲੋਕ ਨੇ ਉਹ ਤਾਂ ਇਹਨਾਂ ਦੀ ਬੌਲ ਆ ਇਹਨਾਂ ਦੀ। ਇਹ ਕਿੱਕ ਮਾਰਦੇ ਨੇ ਲੋਕਾਂ 'ਚ, ਗੇਮਾਂ ਖੇਡਦੇ ਨੇ। ਜਿਹੜੇ ਅੱਜ 2 ਕਤਲ ਕੀਤੇ ਨੇ, ਇਹ ਵੀ ਗੇਮ ਆ, ਇਹ ਵੀ ਇੱਕ ਗੇਮ ਆ। ਇਹ ਗੇਮਾਂ ਖੇਡਦੇ ਨੇ, ਲੋਕਾਂ ਦੇ ਵਿੱਚ ਡਰਾਵਾ ਪਾਉਂਦੇ ਨੇ ਲੋਕਾਂ ਦੇ ਵਿੱਚ ਕਿ ਸਾਡੇ ਕੋਲੇ ਗੁੰਡੇ ਜ਼ਿਆਦੇ ਨੇ। ਉਹ ਕਹਿੰਦਾ ਸਾਡੇ ਕੋਲੇ ਗੁੰਡੇ ਜ਼ਿਆਦੇ ਨੇ। ਜਿਹੜੇ ਕਹਿੰਦੇ ਨੇ ਅਸੀਂ ਮਾੜੀ ਮੋਟੀ ਸਾਡੇ 'ਚ ਇਨਸਾਨੀਅਤ ਹੈਗੀ ਆ, ਜਿਹੜੇ ਕਹਿੰਦੇ ਨੇ ਕਿ ਸਾਡੇ 'ਚ ਇਨਸਾਨੀਅਤ ਹੈਗੀ ਆ, ਜੇ ਤੁਹਾਡੇ 'ਚ ਇਨਸਾਨੀਅਤ ਆ ਤੇ ਬਾਦਲ ਨੂੰ ਆਊਟ ਕਰੋ। ਇਹ ਬਾਦਲ ਫੈਮਿਲੀ ਨੂੰ ਜੜ ਚੋਂ ਖਤਮ ਕਰ ਦਿਓ, ਆਊਟ ਕਰ ਦਿਓ ਵੀ ਤੁਸੀਂ ਰਾਜਨੀਤੀ 'ਚ ਨਹੀਂ ਆ ਸਕਦੇ, ਅਸੀਂ ਤੁਹਾਡੇ ਨਾਲ ਨਹੀਂ ਖੜੇ। ਸਾਰੇ ਮੰਤਰੀ ਸ਼ੰਤਰੀ ਜਿੰਨੀ ਵੀ ਲਗੌੜ ਇਕੱਠੀ ਹੋਈ ਆ, ਸਾਰੇ ਇਕੱਠੇ ਹੋ ਕੇ ਕਰਨ ਕਿ ਇਹਨਾਂ ਨੂੰ ਬਾਹਰ ਕੱਢ ਦੇਣ। ਬਾਹਰ ਕੱਢ ਕੇ ਕੋਈ ਹੋਰ ਬਣਾ ਲੈਣ, ਹੋਰ ਕਿਸੇ ਨੂੰ ਬਣਾ ਕੇ ਉਹਦੇ ਨਾਲ ਜੁੜ ਕੇ ਦਿਖਾ ਦੇਣ ਕਿ ਮੁਲਕ ਦੇ ਵਿੱਚ ਕੀ ਚੰਗਾ ਕਰਨਾ ਚਾਹੁੰਦੇ ਨੇ। 5-4 ਸਾਲਾਂ ਦੇ ਵਿੱਚ ਹੋਰ ਕੀ ਗੰਦ ਪਾਉਣਗੇ ਜਾਂ ਚੰਗਾ ਕਰਨਗੇ, ਕਰਕੇ ਦਿਖਾ ਲੈਣ ਨਾ। ਪਰ ਇਹ ਗੰਦਿਆਂ ਨੂੰ, ਚੋਰਾਂ ਨੂੰ, ਲੁਟੇਰਿਆਂ ਨੂੰ ਕੱਢਣ ਕਿ ਇਹ ਚੋਰ, ਕਦੇ ਇਹ ਚੋਰ ਆ ਗਏ, ਕਦੇ ਦੂਜੇ ਚੋਰ ਆ ਗਏ, ਕਦੇ ਇਹ ਚੋਰ ਆ ਗਏ। ਇਹ ਚੋਰਾਂ ਨੇ ਚੋਰੋ ਚੋਰੀ ਖੇਡ ਕੇ ਮੁਲਕ ਦਾ ਸੱਤਿਆਨਾਸ਼ ਕਰਤਾ, ਨਰਕ ਬਣਾਤਾ ਮੁਲਕ ਦਾ। ਥਾਣੇ ਵਿਕਦੇ ਨੇ, ਕਚਹਿਰੀਆਂ ਵਿਕਦੀਆਂ ਨੇ, ਕਾਨੂੰਨ ਵਿਕਦਾ ਸੀ, ਸਭ ਕੁਝ ਵਿਕਦਾ, ਕੁਛ ਇਹਨਾਂ ਦਾ ਸੇਲ ਤੇ ਲਾਇਆ ਹੋਇਆ। ਇਹਨਾਂ ਨਾਲ ਤੁਸੀਂ ਕੀ ਕਰੋਗੇ? ਇਹ ਜੇ ਗੁੰਡਿਆਂ ਲੋਕਾਂ ਤੋਂ ਪਰਾਂ ਹੋਣ ਦੀ ਜ਼ਰੂਰਤ ਆ। ਹੋਰ ਲੋਕਾਂ ਨੂੰ ਕਿਉਂ ਮਰਵਾਉਂਦੇ ਹੋ? ਕਿਉਂ ਰੋਜ਼ ਇਹੋ ਜਿਹਾ ਗੁੰਡਾਗਰਦੀਆਂ ਕਰਦੇ ਹੋ? ਡੇਲੀ ਦੀਆਂ ਗੁੰਡਾਗਰਦੀਆਂ ਨੇ, ਇਹਨਾਂ ਦੀਆਂ ਡੇਲੀ ਦੀਆਂ ਗੁੰਡਾਗਰਦੀਆਂ। ਪਰ ਇਹਨਾਂ ਡੇਲੀ ਦੀਆਂ ਗੁੰਡਾਗਰਦੀਆਂ ਦੇ ਵਿੱਚ ਆਮ ਲੋਕ ਮਰਦੇ ਨੇ। ਪਰ ਇਹ ਫਿਰ ਵੀ ਕਦੇ ਸ਼ਰਾਬ ਵੰਡ ਕੇ, ਕਦੇ ਫੀਮ ਵੰਡ ਕੇ, ਡਰੱਗ ਵੰਡ ਕੇ, ਇਦਾਂ ਦੇ ਪੁੱਠੇ ਕੰਮ ਕਰਕੇ ਲੋਕਾਂ ਦੀਆਂ ਵੋਟਾਂ ਖਰੀਦ ਲੈਂਦੇ ਨੇ। ਜੇ ਵੋਟਾਂ ਨਹੀਂ ਵੀ ਖਰੀਦ ਹੁੰਦੀਆਂ, ਫਿਰ EVM ਮਸ਼ੀਨ ਹੈਗੀ ਆ, EVM ਮਸ਼ੀਨ ਨਾਲ ਹੇਰਾਫੇਰੀ ਕੀਤੀ, ਚਲੋ ਜੀ ਆਹ ਪਾਰਟੀ ਬਣ ਗਈ। ਹੁਣ ਆਹ ਜਿਹੜੇ ਚੋਰ ਨੇ ਰਿਲਾਇੰਸ ਵਾਲੇ, ਇਹ ਚੋਰਾਂ ਨੇ, ਇਹ ਟੈਕਨੀਕਲ ਦੇ ਨਾਲ ਇਹ ਮਸ਼ੀਨ ਨੂੰ ਕੰਟਰੋਲ ਕਰਦੇ ਨੇ। ਵੋਟ ਮੋਦੀ ਕਹਿੰਦਾ ਮੈਨੂੰ ਕੋਈ ਪਾਵੇ ਨਾ ਪਾਵੇ, ਡੋਂਟ ਕੇਅਰ, ਪਰ EVM ਮਸ਼ੀਨ ਦਾ ਸਾਥ ਦੇ ਨਾਲ ਮੈਂ ਫੇਰ ਬਣੂੰਗਾ, 100% ਬਣੂੰਗਾ। ਕਦੇ ਨਹੀਂ ਇਹ ਮੁਲਕ 'ਚ ਜਾ ਸਕਦਾ। ਤਦ ਜਾਊਗਾ ਜਦ EVM ਮਸ਼ੀਨ ਖਤਮ ਹੋਏਗੀ, ਪੁਲਿਸ ਵਾਲੇ ਆਪਣੀ ਡਿਊਟੀ ਕਰਨਗੇ, ਡਿਊਟੀ ਨੂੰ ਡਿਊਟੀ ਸਮਝਣਗੇ, ਦੇਸ਼ ਦੀ ਸੱਚਮੁੱਚ ਸੇਵਾ ਕਰਨਗੇ। ਲੋਕ ਆਵਾਜ਼ ਉਠਾਉਣਗੇ ਆਪਣੀ ਜ਼ੁਬਾਨ ਦੇ ਨਾਲ ਵੀ EVM ਮਸ਼ੀਨ ਤੇ ਅਸੀਂ ਵੋਟ ਨਹੀਂ ਪਾਵਾਂਗੇ, EVM ਮਸ਼ੀਨ ਸਾਡੇ ਸਾਹਮਣੇ ਨਹੀਂ ਆਉਣੀ ਚਾਹੀਦੀ। ਤਾਂ ਕਿਤੇ ਦੇਸ਼ ਦਾ ਭਲਾ ਹੋ ਸਕਦਾ। ਜੇ EVM ਮਸ਼ੀਨ ਰਹੀ ਤਾਂ ਬੁਰਾ ਹਾਲ ਇਦਾਂ ਹੀ ਮੁਲਕ ਦਾ ਹੋਣਾ ਜਿੱਦਾਂ ਪਹਿਲਾਂ ਤੋਂ ਹੁੰਦਾ ਹੈ। ਲੋਕਾਂ ਨੂੰ ਜਾਗਣ ਦੀ ਲੋੜ ਆ। ਅੱਜ ਮੋਦੀ ਡਰਦਾ ਕਿਉਂ ਨਹੀਂ? ਬਈ ਲੱਖਾਂ ਦੇ ਹਿਸਾਬ ਨਾਲ ਲੋਕ ਬਾਰਡਰਾਂ ਤੇ ਬੈਠੇ ਨੇ, ਮੋਦੀ ਬਿਲਕੁਲ ਬੇਪਰਵਾਹ ਵਾ। ਉਹ ਹੱਸਦੇ ਨੇ, ਮਜ਼ਾਕ ਉਡਾਉਂਦੇ ਨੇ। BJP ਵਾਲੇ ਗੁੰਡਿਆਂ ਨੂੰ ਕੋਈ ਪਿੰਡਾਂ 'ਚ ਨਹੀਂ ਵੜਨ ਦਿੰਦਾ, ਇੰਨਾ ਵਿਰੋਧ ਹੁੰਦਾ। BJP ਵਾਲਿਆਂ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦਿੰਦਾ, ਇੰਨਾ ਵਿਰੋਧ ਹੁੰਦਾ। ਪਰ BJP ਵਾਲੇ ਫੇਰ ਵੀ ਬੇਪਰਵਾਹ ਨੇ। ਉਹ ਕਹਿੰਦੇ ਜਿੱਤਣਾ ਹੀ ਜਿੱਤਣਾ। ਕਿਉਂ ਜਿੱਤਣਾ? ਕਿਉਂਕਿ EVM ਮਸ਼ੀਨ ਉਹਨਾਂ ਦੀ ਘਰ ਦੀ ਮਸ਼ੀਨ ਆ। ਹੁਣ ਇਹ ਜਿਹੜੇ ਕੁੱਤੇ ਨੇ, ਚਾਹੇ ਕਾਂਗਰਸ ਲਾ ਲਓ, ਬਾਦਲ ਲਾ ਲਓ, ਇਹਨਾਂ ਨੂੰ ਵੀ ਪਤਾ ਕਿ ਇਹ ਮਸ਼ੀਨ ਦੇ ਆਸਰੇ ਨਾਲ ਹੀ ਜਿੱਤ ਜਾਣਾ। ਇਹਨਾਂ ਨੇ ਆਪੋ ਵਿੱਚ ਹੀ ਸਮਝੌਤਾ ਕਰ ਲੈਣਾ ਵੀ ਇੰਨੀਆਂ ਸੀਟਾਂ ਤੈਨੂੰ ਮਿਲਣਗੀਆਂ, ਇੰਨੀਆਂ ਸੀਟਾਂ ਤੈਨੂੰ ਮਿਲਣਗੀਆਂ, ਆਏ ਆਪਾਂ ਕਰ ਲੈਨੇ ਆ। ਇਹਨਾਂ ਨੇ ਆਪੋ ਵਿੱਚ ਹੀ ਅੰਤਰਗਤੀ ਸਮਝੌਤਾ ਕਰਕੇ ਫੇਰ ਅੱਗੇ ਨੂੰ ਆਪਣਾ ਕੰਮ ਚਲਾ ਲੈਣਾ। ਕਿਉਂਕਿ ਲੋਕਾਂ ਦੀ ਤਾਂ ਲੋੜ ਨਹੀਂ। ਜਿਹੜਾ ਆਹ ਡਰਾਮਾ ਕਰਦੇ ਨੇ, ਲੋਕਾਂ ਦਾ ਕਤਲ ਕਰਦੇ ਨੇ, ਮਾਰਦੇ ਨੇ, ਇਹ ਸਿਰਫ ਇੱਕ ਲੋਕਤੰਤਰ ਦਾ ਡਰਾਮਾ ਹੋ ਰਿਹਾ ਕਿ ਜੀ ਲੋਕਤੰਤਰ ਆ। ਦੇਖੋ ਜੀ, ਬਾਦਲ ਨੇ ਉਹਨਾਂ ਦੇ ਬੰਦੇ ਮਾਰਤੇ, ਉਹ ਕਾਂਗਰਸ ਵਾਲਿਆਂ ਨੇ ਉਹਨਾਂ ਦੇ ਬੰਦੇ ਮਾਰਤੇ। ਇੱਥੇ ਲੋਕਤੰਤਰ ਆ, ਲੋਕਾਂ ਦੇ ਵਿੱਚ ਲੜਾਈ ਹੁੰਦੀ ਆ, ਮਾਰ ਮਰਈਆ ਹੁੰਦਾ, ਕਤਲ ਹੁੰਦਾ, ਤਾਂ ਲੋਕ ਜਿੱਤਦੇ ਨੇ। ਇਹ ਸਿਰਫ ਇੱਕ ਡਰਾਮਾ ਹੋ ਰਿਹਾ। ਅੱਖੀਂ ਘੱਟਾ ਪਾ ਰਹੇ ਨੇ ਲੋਕਾਂ ਦੇ, ਕਿਉਂਕਿ EVM ਮਸ਼ੀਨ ਦਾ ਆਸਰਾ ਇਹਨਾਂ ਨੇ ਸੈਟਿੰਗ ਦੇ ਨਾਲ ਆਪਾਂ ਹੀ ਸਾਰਾ ਕੁਝ ਕਰ ਲੈਣਾ। ਕਿਉਂਕਿ ਪੁਲਿਸ ਇਹਨਾਂ ਦੀ ਹੈ, ਫੌਜ ਇਹਨਾਂ ਦੀ ਹੈ, CBI ਇਹਨਾਂ ਦੀ ਆ, ਕੋਰਟ ਕਚਹਿਰੀ ਸਭ ਲੋਟੂ ਟੋਲਾ ਇਕੱਠਾ। ਫਿਰ ਦੇਸ਼ ਨੇ ਕਿਵੇਂ ਅੱਗੇ ਵਧਣਾ? ਦੇਸ਼ ਨੇ ਅੱਗੇ ਤਾਂ ਵਧਣਾ ਜੇ ਤੁਸੀਂ ਇਹਨਾਂ ਦੇ ਠੱਪੇ ਉਤਾਰੋ ਆਪਣੇ ਤੋਂ। ਕੋਈ ਕਹਿੰਦਾ ਮੈਂ ਬਾਦਲ ਦਾ, ਕੋਈ ਕਹਿੰਦਾ ਮੈਂ ਕਾਂਗਰਸ ਦਾ, ਕੋਈ ਕਹਿੰਦਾ ਮੈਂ ਉਹਦਾ। ਸਾਰਿਆਂ ਦੇ ਠੱਪੇ ਉਤਾਰ ਕੇ ਇਕੱਠੇ ਹੋ ਕੇ ਅੱਗੇ ਦੇਸ਼ ਨੂੰ ਲੈ ਕੇ ਜਾਓ, ਅੱਗੇ ਵਧੋ ਫੁੱਲੋ। ਨਹੀਂ ਤਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਜਾਂਦੇ ਹੋਏ ਰਸਤਿਆਂ 'ਚ ਮਰਦੇ ਰਹਿਣਗੇ, ਮੁਲਕ ਬਰਬਾਦ ਹੁੰਦਾ ਰਹੂ, ਧਰਨੇ ਚੱਲਦੇ ਰਹਿਣਗੇ। ਇਹ ਗੰਦ ਸਾਫ਼ ਤਾਂ ਹੋਊਗਾ ਜੇ ਤੁਸੀਂ ਸਾਰੇ ਇੱਕ ਹੋਵੋਗੇ। ਇਹ ਗੰਦ ਨੂੰ ਪਿੰਡਾਂ 'ਚ ਨਾ ਵੜਨ ਦਿਓ। ਭਾਵੇਂ ਬਾਦਲ ਹੋਵੇ ਗੰਦਾ, ਕਾਂਗਰਸ ਹੋਵੇ ਜਾਂ BJP ਹੋਵੇ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਇਹਨਾਂ ਦਾ ਟੋਟਲ ਵਿਰੋਧ ਕਰੋ ਜੇ ਤੁਸੀਂ ਦੇਸ਼ ਨੂੰ ਬਚਾਉਣਾ।
ਜੇ ਦੇਸ਼ ਨੂੰ ਤੁਸੀਂ ਮਰਵਾਉਣਾ ਚਾਹੁੰਦੇ ਜਿੱਦਾਂ ਪਹਿਲਾਂ ਮਰਦਾ ਆਇਆ, ਫਿਰ ਜਿਵੇਂ ਕਰਨਾ ਤੁਸੀਂ ਉਵੇਂ ਕਰੀ ਜਾਓ। ਅੱਜ ਧਰਨਿਆਂ ਦੇ ਵਿੱਚੋਂ ਲੋਕਾਂ ਨੇ ਬਹੁਤ ਰੌਲਾ ਪਾਇਆ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਗੁੰਡਾਗਰਦੀ ਬੀਜੇਪੀ ਦੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਉਹ ਧਰਨਿਆਂ ਦੇ ਵਿੱਚ ਲੋਕਾਂ ਨੇ ਕੀ ਕਿਹਾ, ਹੋਰ ਦੇश ਪ੍ਰਦੇਸ਼ ਦੀਆਂ ਕਿਹੜੀਆਂ ਖਬਰਾਂ ਨੇ, ਹੁਣ ਆਪਾਂ ਉਹ ਦੇਖਦੇ ਹਾਂ, ਆਓ देखिए। इन्होंने बिल बनाया संसद में, ये किसानों के मुश्किलात का हल संसद में करना चाहते हैं और किसान अपने समस्याओं का हल जो है वो खेत में चलाते हैं। उस हल में और इस हल में जमीन आसमान का फर्क है। हमने इनसे अच्छे दिन मांगे थे क्या? नहीं। हमने 15 लाख मांगे थे क्या? नहीं। हमने डिमोनेटाइजेशन मांगा था? नहीं। हमने फास्टैग मांगा? नहीं। हमने नंबर प्लेट के नए मांगे? नहीं। किसी ने कुछ नहीं मांगा। हमने काला बिल मांगा था क्या? नहीं। ये काला बिल नहीं है, ये किसान की हत्या का बिल है। और अगर इनको लगता ना कि एक बिल में कुछ त्रुटि नहीं है तो ये कभी नहीं कहते कि हम बिल में संशोधन कर देंगे। अरे जब आप जैसे बुद्धिजीवों ने बनाया है, जो मंगल ग्रह में रहते हैं, भला पृथ्वी जैसे तुच्छ ग्रह के लिए आपको इसमें संशोधन करने की जरूरत क्या रह गई है? क्या जरूरत है? देखिए, हम एक बात आपको बोलेंगे, हमें मालूम है खेती कैसे होता है। थोड़ा बहुत मैंने भी किया है, बहुत ज़्यादा नहीं किया है। बंगाल से हूँ, हमारे यहाँ मछली पालन जो वो भी एग्रीकल्चर में आता है। और जो साथी लोग यहाँ बैठे हैं ना, मेरी माता बहनें, इनके हाथ की उंगलियाँ देख लीजिएगा। गलती से चाटा किसी जुमलेबाज को पड़ गया ना, वो 3 दिन तक उठ नहीं पाएगा। ये सनी देओल का 2.5 किलो का हाथ नहीं है, ये किसानों के हाथ के चपेड़ है। ये किसान के हाथ के चपेड़ है। तो बेकार में चपेड़ खाने का काम ना करें। हम यहाँ पे आपका विरोध करने नहीं आए। मनमोहन सिंह जी ने तो एक बात साबित किया कि ये देश अब सभ्य व्यक्तियों के लिए रहने लायक देश नहीं रह गया। कभी उन्होंने टिप्पणी नहीं करी आज तक किसी के लिए। गोल्ड मेडलिस्ट रहे इकोनॉमिक्स में, अर्थशास्त्री रहे, फाइनेंस मिनिस्टर रहे, हर एक के अच्छा पैसे के दिन रहे। उस जमाने में बजट होता था, कभी किसी के ऊपर गंदी टिप्पणी नहीं किया आज तक, अभद्र आचरण नहीं किया। इनके लोगों ने उन्हें बख्शा नहीं जी। देखिए, मैं कांग्रेस के लिए कोई बात नहीं करूंगा क्योंकि मैं परिवारवाद के सख्त खिलाफ हूं, इसलिए मेरी कांग्रेस से बनती नहीं। लेकिन जब मनमोहन सिंह की बात आती है और जब मोदी जी की बात आती है तो एक ही बात बोलूंगा, ये हमारे देश के पहले प्रधानमंत्री है, माननीय पूजनीय गर्वित प्रधानमंत्री मोदी जी, विनम्र प्रेम के साथ और सम्मान के साथ। सर, आप जब से प्रधानमंत्री बने हैं ना, 20 से ज्यादा सरकारी कंपनी बिक चुकी है। सर, एक भी सरकारी कंपनी लगाई है क्या आपने? लगाई है सर? अगर लगाई हो तो मन की बात में एक बार बोल दें, क्योंकि मैं मन की बात हार चुका हूं सर आपकी सुन के। एक भी कंपनी नहीं लगा पाए। ये पहले प्रधानमंत्री है जिन्होंने विश्व को एक मैसेज दिया कि सरकार सरकारी तंत्र से कमजोर होता है, प्राइवेट तंत्र से मजबूत होता है। आज एयरपोर्ट प्राइवेटाइज होने जा रहा है, क्या पता चला सुरक्षा में सेंध लग जाए। सोचिएगा, आज आप खेतों में प्राइवेटाइज करने जा रहे हो, क्या पता वहां जहर फैल जाए, तब क्या करोगे आप? और यही होगा। किसान इस बात को समझता है। किसान बीए, एमटेक, एमबीए की डिग्री नहीं लेता, लेकिन डिग्री लेके लोग काम की तलाश में ढूंढते हैं। किसान पैदाइशी काम लेके पैदा होता है। आप समझिएगा इस बात को। तो आज किसानों की अस्मिता, उनकी गौरव, उनका मान, उनका अभिमान, उनका सम्मान छीनने के कगार पे, और हम ये नहीं होने देंगे। बिल वापसी, घर वापसी। शीश झुकदा है मेरी मातावां, मेरे बुजुर्ग, मेरे भरा, मेरे सज्जन, मेरे बच्चे, मेरियां धीआं, धन हो ਤੁਸੀਂ ਇੱਥੇ ਮੋਰਚਾ ਇਹੋ ਜਿਹਾ ਗੱਡਿਆ ਜਿਹੋ ਜਿਹਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਡਿਆ ਸੀ, ਜਿੱਥੇ ਸਤਿ ਸ੍ਰੀ ਅਕਾਲ, ਜਿੱਥੇ 10 ਲੱਖ ਦੀ ਫੌਜ ਸੀ ਤੇ ਅੰਦਰ ਗੁਰੂ ਸਾਹਿਬਾਨ ਦਾ ਪਰਿਵਾਰ ਨਾਲ ਸਿੰਘ। 3 ਮਹੀਨੇ ਬਾਅਦ ਰਾਸ਼ਨ ਵੀ ਬੰਦ ਕਰਤਾ, ਪਾਣੀ ਪੂਣੀ ਸਭ ਬੰਦ ਕਰਤਾ, ਲੇਕਿਨ ਫਿਰ ਵੀ 6 ਮਹੀਨੇ किस तरह कट्टे मिसाल है अपने सामने। और उस तो बाद चढ़ती कला च सिंह बाहर आए, वो इतिहास तुसी सारे जानते हो। मैनू माण है, मैं एक थापड़ के गल कह सकदा कि मैं पंजाब की धरती का लाल हाँ, ते ये मेरिया मातावां ते मेरे बुजुर्ग ते मेरे बच्चे ते मेरा परिवार बैठा है। मैनू किसी ने पूछया सी कि तू पिता जी दशमेश पिता जी साडे गुरु साहिबान, साडे पीर पैगंबर योगराज सिंह, दस भी तू जम्मिया किथे है?
ਮੈਂ ਕਿਹਾ ਮੈਂ ਪੰਜਾਬ ਦੀ ਧਰਤੀ ਤੇ ਜੰਮਿਆ ਤੇ ਹਰ ਮਾਂ ਦੇ ਚਰਨਾਂ 'ਚ ਮੇਰਾ ਸਤਿਕਾਰ ਆ, ਹਰ ਬਜ਼ੁਰਗ ਦੇ ਚਰਨਾਂ 'ਚ ਮੇਰਾ ਸਤਿਕਾਰ ਹੈ। ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ। ਮੈਨੂੰ ਬਾਹਲੇ ਬੰਦੇ ਬੋਲਣ ਨਹੀਂ ਦਿੰਦੇ, ਕਹਿ ਦਿੰਦੇ ਨੇ ਬਹੁਤ ਤੱਤਾ ਬੋਲਦਾ ਹੈ। ਮੈਂ ਕਿਹਾ ਮੇਰਾ ਕਸੂਰ ਨਹੀਂ। ਜਦ ਮੇਰੇ ਮਾਤਾ ਜੀ ਤੇ ਮੇਰੀ ਭੈਣ ਮੈਨੂੰ ਮੰਗਣ ਗਏ ਸੀ ਰਾੜਾ ਸਾਹਿਬ ਗੁਰਦੁਆਰੇ, ਤਾਂ ਉੱਥੇ ਸੰਤ ਈਸਰ ਸਿੰਘ ਉਹਨਾਂ ਨੇ ਆਖਿਆ ਸੀ ਕਿ ਲਾਲ ਤਾਂ ਤੁਹਾਨੂੰ ਦਿੰਨੇ ਆ, ਦੇ ਗੁਰੂ ਘਰ ਦਾ ਬਾਬਾ ਦੀਪ ਸਿੰਘ ਜੀ ਦਾ ਸੁਪੁੱਤਰ, ਪਰ ਮੂੰਹ ਚੋਂ ਅੱਗ ਕੱਢਿਆ ਕਰੂਗਾ, ਸੱਚ ਬੋਲਿਆ ਕਰੂਗਾ ਤੇ ਤੁਹਾਤੋਂ ਬਰਦਾਸ਼ਤ ਨਹੀਂ ਹੋਣਾ ਤੇ ਲੋਕਾਂ ਤੋਂ ਵੀ ਬਰਦਾਸ਼ਤ ਨਹੀਂ ਹੋਣਾ। ਮੈਨੂੰ ਯਾਦ ਹੈ ਜਦ ਪਹਿਲੀ ਰੈਲੀ ਪੰਜਾਬ 'ਚ ਕੀਤੀ ਸੀ, ਜਿੱਦਣ ਰਾਹੁਲ ਗਾਂਧੀ ਨੇ ਟਰੈਕਟਰ ਰੈਲੀ ਕੱਢੀ ਸੀ ਮੋਗੇ, ਉਦੋਂ 250 ਬੰਦਾ ਸੀ ਤੇ ਜਵਾਨ ਜਿਹੜੇ ਬੈਠੇ ਸੀ ਉਹ ਮੋਬਾਈਲ ਫੜ ਕੇ ਬਾਹਰ ਨੂੰ ਤੁਰ ਗਏ ਸੀ। ਕਹਿੰਦੇ ਪਤਾ ਨਹੀਂ ਇਹ ਬੁੱਢਾ ਕੀ ਬੋਲੀ ਜਾਂਦਾ। ਤੇ ਮੈਂ ਟਾਲਾ ਸਾਹਿਬ ਜਾ ਕੇ ਜਿੱਥੋਂ ਥਾਪੜਾ ਲੈ ਕੇ ਆਇਆ ਤੇ ਮੈਂ ਕਿਹਾ ਬਾਬਾ ਜੀ ਮੈਂ ਕੀ ਆਖਾਂ, ਕੀ ਨੌਜਵਾਨਾਂ ਨੂੰ ਆਖਾਂ, ਉੱਥੇ ਬਜ਼ੁਰਗ ਸਾਰੇ ਬੈਠੇ ਐ। ਉਹ ਕਹਿੰਦੇ ਜੋ ਮਰਜ਼ੀ ਬੋਲ, ਬੁਲੰਦ ਆਵਾਜ਼ ਰਹਿਣੀ ਹੈ ਤੇਰੀ, ਔਰ ਇੱਕ ਦਿਨ ਐਸਾ ਆਏਗਾ ਕਿ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠੇਗਾ। ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਜ ਉਹ ਕਰ ਦਿਖਾਇਆ ਜਿਹੜਾ ਇਤਿਹਾਸ ਆਉਣ ਵਾਲੀਆਂ ਸਦੀਆਂ ਦੇ ਵਿੱਚ ਆਪਣੇ ਬੱਚੇ ਪੜਿਆ ਕਰਨਗੇ ਔਰ ਕਿਆ ਕਰਨਗੇ। ਧੰਨ ਹੋ ਤੁਸੀਂ ਆਪਣੇ ਪੰਜਾਬ ਨੂੰ ਸੰਭਾਲ ਲਿਆ। ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਪਰ ਕੁਝ ਸਵਾਲ ਮੈਂ ਪੁੱਛ ਕੇ ਜਾਣੇ, ਥੋੜੇ ਜਿਹੀ ਛੱਡ ਜਾਣੇ, ਜਥੇਬੰਦੀਆਂ ਦੇ ਵਿੱਚ ਹੀ ਛੱਡ ਜਾਣੇ। ਟਰੈਕਟਰ ਥੱਲੇ ਮਾਵਾਂ ਆ ਗਈਆਂ, ਪੱਥਰ ਚੱਲੇ, ਸਿਰ ਪਾਟੇ, ਮੁੰਡੇ ਗਾਇਬ ਹੋ ਗਏ, ਚੱਕ ਲੈ, ਸ਼ਾਂਤੀ ਬਣਾ ਕੇ ਰੱਖਣੀ ਹੈ। ਮੈਂ ਮੰਨਦਾ ਹਰ ਗੱਲ 'ਚ ਸ਼ਾਂਤੀ ਹੋਣੀ ਚਾਹੀਦੀ ਹੈ, ਪਰ ਮੈਂ ਸਵਾਲ ਤੁਹਾਡੇ ਕੋਲ ਛੱਡ ਕੇ ਜਾ ਰਿਹਾ। ਮੇਰੇ ਵੱਡ ਵਡੇਰਿਓ, ਮੇਰੇ ਬਜ਼ੁਰਗੋ, ਇੱਕ ਸਮਾਂ ਇਹੋ ਜਿਹਾ ਆਉਣ ਵਾਲਾ ਹੈ ਜਿੱਥੇ ਹੋ ਸਕਦਾ ਤੁਸੀਂ ਮੇਰੇ ਨਾਲ ਜ਼ਿਆਦਾ ਜਾਣਦੇ ਹੋ, ਕਿਉਂਕਿ ਮੈਂ ਸਿਆਸਤੀ ਬੰਦਾ ਨਹੀਂ, ਮੈਨੂੰ ਪੋਲੀਟੀਕਲ ਗੱਲ ਨਹੀਂ ਆਉਂਦੀ, ਨਾ ਮੇਰਾ ਦਿਮਾਗ ਇੰਨਾ ਚੱਲਦਾ। ਮੈਂ ਤਾਂ ਦਿਲ ਨਾਲ ਗੱਲ ਕਰਦਾ ਕਿ ਜਦ ਜ਼ਾਲਮ ਦੀ ਜ਼ੁਲਮ ਬਹੁਤ ਵੱਧ ਜੇ ਤਾਂ ਮੈਨੂੰ ਜਵਾਬ ਦਿਓ ਜੀ ਕਰਨਾ ਕੀ ਹੈ। ਜਦ ਲੋਕ ਧੀਆਂ ਭੈਣਾਂ ਨੂੰ ਘਰੋਂ ਚੁੱਕਣ ਆਉਣਗੇ ਤਾਂ ਮੈਨੂੰ ਦੱਸਿਓ ਕਰਨਾ ਕੀ ਹੈ। ਜਦ ਤੁਹਾਡੇ ਬੱਚਿਆਂ ਨੂੰ ਲਤਾੜਿਆ ਜਾਊਗਾ, ਸਿਰ ਵੱਡੇ ਜਾਣਗੇ, ਮੈਨੂੰ ਦੱਸਿਓ ਕਰਨਾ ਕੀ ਹੈ। ਉਦੋਂ ਵੀ ਸ਼ਾਂਤੀ ਬਣਾ ਕੇ ਰੱਖਣੀ ਹੈ ਕਿ ਉਦੋਂ ਵੀ ਜਵਾਬ ਦੇਣਾ ਹੈ। ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੋਤਾ, ਉਹਨਾਂ ਨੇ ਮੈਨੂੰ ਗੱਲ ਕਹੀ ਸੀ, ਤੁਹਾਨੂੰ ਸਾਰਿਆਂ ਨੂੰ ਕਹਿ ਕੇ ਗਏ ਨੇ, ਸ਼ਾਂਤੀ ਉਦੋਂ ਤੱਕ ਬਣਾ ਕੇ ਰੱਖਿਓ ਜਦ ਤੱਕ ਤੁਹਾਡੇ ਸਿਰ ਵੱਢਣ ਲੋਕ ਨਹੀਂ ਆਉਂਦੇ। ਮੈਂ ਕਈ ਗੱਲਾਂ ਕਰਨਾ ਚਾਹੁੰਦਾ, ਲੇਕਿਨ ਮੈਂ ਦਿੱਲੀ ਇੱਥੇ 2 ਮਹੀਨੇ ਬਾਅਦ ਇਸ ਕਰਕੇ ਆਇਆ ਕਿ ਮੈਂ ਬਿਮਾਰ ਹੋ ਗਿਆ, ਕਰੋਨਾ ਹੋ ਗਿਆ, 25 ਦਿਨ 1 ਮਹੀਨਾ ਮੰਜੇ ਤੇ ਪਿਆ ਰਿਹਾ। ਕੋਈ ਇਹ ਨਾ ਸਮਝ ਲਿਓ ਜੇ ਕਿ ਬਹੁਤ ਕੁਝ ਪਿੱਛੇ ਹੋਇਆ, ਬਹੁਤ ਕੁਝ ਲੋਕਾਂ ਨੇ ਆਖਿਆ ਤੇ ਜੱਟ ਕਿਤੇ ਡਰ ਕੇ ਘਰੇ ਬਹਿ ਗਿਆ। ਮੈਂ ਇਸ ਕਰਕੇ ਆਇਆ ਅੱਜ, ਔਰ ਮੈਨੂੰ ਫਖਰ ਹੈ ਕਿ ਮੈਂ ਆਪ ਉਸ ਲੁੰਗਲਾਣੇ ਦੇ ਨਾਲ ਆਇਆ ਜਿਸ ਨੂੰ ਮੈਂ ਆਪਣਾ ਪਰਿਵਾਰ ਮੰਨਦਾ। ਹਾਲਾਂਕਿ ਮੈਂ ਕਲਾਕਾਰ ਤਾਂ ਹੈ ਨਹੀਂ, ਪਰ ਇਹਨਾਂ ਨੇ ਮੈਨੂੰ ਹਾਈਕ ਨਾਲ ਲਾ ਕੇ ਐਸੋਸੀਏਸ਼ਨ ਨੇ ਮਹਾਨ ਬਣਾਤਾ ਤੇ ਮੈਨੂੰ ਆਗੂ ਬਣਾਇਆ। ਧੰਨਵਾਦ ਬਹੁਤ ਬਹੁਤ ਇਹਨਾਂ ਦਾ। ਸ਼ਾਂਤੀ ਜ਼ਰੂਰ ਬਣਾ ਕੇ ਰੱਖੋ, ਸ਼ਾਂਤ ਰਹਿਣਾ। ਸਾਰੇ ਵੱਡੇ ਸਾਡੇ ਆਗੂ ਨੇ, ਇਹ ਸਾਡੇ ਸਹਿਯੋਗ ਨੇ। ਮੈਂ ਇੱਕ ਗੱਲ ਅੱਜ ਕਹੀ ਹੈ, ਮੰਨਣੀ ਹੈ ਮੰਨ ਲਿਓ, ਕਲਾਕਾਰਾਂ ਨੂੰ ਕਹਿ ਰਿਹਾ, ਬੰਬਈ ਵਾਲੇ ਸਾਡੇ ਕਿਸਾਨਾਂ ਨੂੰ ਬੁਰਾ ਭਲਾ ਕਹਿੰਦੇ ਨੇ, ਸਾਡੇ ਪੰਜਾਬ ਦੀ ਧਰਤੀ ਨੂੰ ਬੁਰਾ ਭਲਾ ਕਹਿੰਦੇ ਨੇ। ਮੈਂ ਅੱਜ ਐਲਾਨ ਕਰਕੇ ਜਾਣਾ ਕਿ ਬੰਬਈ ਵਾਲੇ ਬੰਦਿਆਂ ਨੂੰ ਪੰਜਾਬ 'ਚ ਸ਼ੂਟਿੰਗ ਨਹੀਂ ਕਰਨ ਦੇਣੀ। ਜੇ ਮੇਰੇ ਨਾਲ ਤੁਰਨਾ ਤਾਂ ਤੁਰਿਓ। ਮੈਂ 4 ਹਿੰਦੀ ਫਿਲਮਾਂ ਛੱਡੀਆਂ। ਅਗਨੀਹੋਤਰੀ ਨੂੰ ਕਿਹਾ, ਮੈਂ ਕਿਹਾ ਦਫਾ ਹੋ ਜਾ, ਮੈਂ ਤੁਹਾਡੀ ਫਿਲਮ ਦੇ ਵਿੱਚ ਕੰਮ ਨਹੀਂ ਕਰਨਾ। ਜੇ ਕੰਮ ਕਰੂੰਗਾ ਤਾਂ ਪੰਜਾਬੀ ਫਿਲਮ 'ਚ ਕਰੂੰਗਾ, ਨਹੀਂ ਤਾਂ ਨਹੀਂ ਕਰੂੰਗਾ। ਮੈਂ ਕਸਮ ਖਾਂਦਾ। ਔਰ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਇਕੱਠੇ ਹੋ ਕੇ, ਨਾ ਪੈਸੇ ਪਿੱਛੇ ਨਾ ਕਿਸੇ ਪਿੱਛੇ। ਪਰਿਵਾਰਕ ਰੂਪ ਦੀ ਗੱਲ ਹੈ, ਤੁਸੀਂ ਜਾਣਦੇ ਹੋ। ਮੈਂ ਆਪਣੇ ਪਰਿਵਾਰ ਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਦੇਖ ਲਿਓ ਜੇ ਕਿਸਾਨਾਂ ਦੇ ਨਾਲ ਤੁਰਨਾ ਹੈ ਕਿ ਜਾਂ ਤੁਸੀਂ ਦੂਜਿਆਂ ਨਾਲ ਤੁਰਨਾ। ਅੱਜ ਸਾਰਾ ਪਰਿਵਾਰ ਚੰਡੀਗੜ੍ਹ ਦੇ ਚੌਕਾਂ ਜਾ ਕੇ ਖੜ ਕੇ ਕਿਸਾਨ ਦੇ ਹਿੱਕ 'ਚ ਨਾਰੇ ਲਾਉਂਦਾ ਹੈ, ਕਿਉਂਕਿ ਮੇਰੀ ਜਿੰਦ ਜਾਨ, ਮੇਰਾ ਲਹੂ ਦਾ ਇੱਕ ਇੱਕ ਤੁਪਕਾ ਤੁਹਾਡੇ ਚਰਨਾਂ 'ਚ ਡਿੱਲੂਗਾ, ਕਿਉਂਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ। ਮੈਂ ਹਰ ਮਾਂ ਦੇ ਹੱਥੋਂ ਰੋਟੀ ਖਾਧੀ ਹੈ, ਹਰ ਪਰਿਵਾਰ ਦੇ ਘਰੇ ਰਿਹਾ। ਇਸ ਕਰਕੇ ਗੁਰੂ ਕਿਰਪਾ ਕਰੇ ਭਈ ਐਸਾ ਸਮਾਂ ਆਵੇ
ਕਿ ਮੈਨੂੰ ਵੀ ਲੋਕ ਕਹਿਣ ਵਾਹ ਇਹ ਸੀ ਸਾਡੇ ਪੰਜਾਬ ਦਾ ਪੁੱਤਰ। ਮੈਨੂੰ ਬੜਾ ਮਾਣ ਹੈ ਤੇ ਸ਼ੁਕਰ ਹੈ ਤੁਹਾਡੇ ਸਾਰਿਆਂ ਦਾ, ਤੁਸੀਂ ਮੈਨੂੰ ਇਸ ਨਿਮਾਣੇ ਜਿਹੇ ਨੂੰ ਜਥੇਬੰਦੀਆਂ ਨੇ ਸਾਰਿਆਂ ਨੇ ਮੌਕਾ ਦਿੱਤਾ ਬੋਲਣ ਦਾ। ਕੋਈ ਗੱਲ ਗਲਤ ਨਿਕਲ ਗਈ ਹੋਗੀ ਤਾਂ ਮੈਨੂੰ ਮਾਫ ਕਰਿਓ, ਪਰ ਇੱਕ ਗੱਲ ਜਾਂਦੇ ਜਾਂਦੇ ਜ਼ਰੂਰ ਮੈਂ ਕਹਿਣਾ ਚਾਹੁੰਦਾ, ਚੜ੍ਹਦੀ ਕਲਾ 'ਚ ਰਹਿਣਾ, ਸ਼ਾਂਤੀ ਬਣਾ ਕੇ ਰੱਖਣੀ ਹੈ। ਮੈਂ ਤੁਹਾਨੂੰ ਲਿਖ ਕੇ ਦੇ ਚੱਲਿਆ, ਜਿੱਤ ਤੁਹਾਡੀ ਹੋਊਗੀ, ਸਰਕਾਰ ਗੋਡੇ ਟੇਕ ਕੇ ਤੁਹਾਨੂੰ ਦੇ ਕੇ ਜਾਊਗੀ, ਨਾ ਦੇ ਕੇ ਗਈ ਤਾਂ ਕਹਿ ਦਿਓ ਮੇਰਾ ਨਾਂ ਨਹੀਂ। ਇਸ ਕਰਕੇ ਕਿਉਂਕਿ ਇਸ ਅੰਦੋਲਨ ਦੇ ਵਿੱਚ ਖੁਦਾ ਆਪ ਹਾਜ਼ਰ ਹੈ, ਗੁਰੂ ਸਾਹਿਬਾਨ ਆਪ ਹਾਜ਼ਰ ਨੇ, ਪੀਰ ਪੈਗੰਬਰ ਆਪ ਹਾਜ਼ਰ ਨੇ। ਇਸ ਕਰਕੇ ਤੁਹਾਡਾ ਕੋਈ ਬਾਲ ਬਿੰਦ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਨੂੰ ਲੋਕਾਂ ਦੀ ਰਾਖੀ ਦੇ ਲਈ ਰੱਖਿਆ ਜਾਂਦਾ ਹੈ, ਪਰ ਜਦੋਂ ਪੁਲਿਸ ਹੀ ਗੈਰ ਜ਼ਿੰਮੇਵਾਰਾਨਾ ਵਿਵਹਾਰ ਕਰਦੀ ਹੈ ਤਾਂ ਲੋਕਾਂ ਦੀ ਉਮੀਦ ਟੁੱਟਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਦੀ ਘਟਨਾ ਕਾਨਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਲੜਕੀ ਦਾਜ ਦੇ ਕਾਰਨ ਵਿਆਹ ਟੁੱਟਣ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚੀ ਸੀ। ਉੱਥੇ ਇੰਸਪੈਕਟਰ ਨੇ ਉਸ ਨੂੰ ਕੰਪਰੋਮਾਈਜ਼ ਕਰਨ ਲਈ ਕਹਿ ਦਿੱਤਾ ਅਤੇ ਉਸਨੇ ਇੰਸਪੈਕਟਰ ਨੇ ਵੀ ਧਮਕੀ ਦਿੱਤੀ ਹੈ ਲੜਕੀ ਨੂੰ ਕਿ ਉਹ ਆਪਣੇ ਪਤੀ ਨਾਲ ਸਮਝੌਤਾ ਕਰ ਲਵੇ। ਜਿਸ ਤੋਂ ਬਾਅਦ ਪੀੜਤ ਆਪਣੀ ਮਾਂ ਅਤੇ ਭਰਾ ਦੇ ਨਾਲ ਐਸਐਸਪੀ ਦਫ਼ਤਰ ਪਹੁੰਚ ਗਈ ਅਤੇ ਉੱਥੇ ਉਸਨੇ ਆਪਣੇ ਵਿਆਹ ਦਾ ਕਾਰਡ ਦਿਖਾਇਆ ਤੇ ਕਿਹਾ ਕਿ ਜਿੱਥੇ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦਾਜ ਲਿਆਉਣ ਦੇ ਲਈ, ਉੱਥੇ ਹੀ ਪੁਲਿਸ ਇੰਸਪੈਕਟਰ ਦੇ ਵੱਲੋਂ ਵੀ ਉਸ ਦੀ ਸ਼ਿਕਾਇਤ ਨਹੀਂ ਲਿਖੀ ਗਈ ਅਤੇ ਉਸਨੇ ਆਪਣੀ ਸਾਰੀ ਹੱਡਬੀਤੀ ਐਸਐਸਪੀ ਨੂੰ ਸੁਣਾ ਦਿੱਤੀ। ਪੰਜਾਬ ਪੁਲਿਸ ਆਏ ਦਿਨ ਹੀ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ। ਅਜੇ ਇੱਕ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਵੀ ਦੇਖਣ ਨੂੰ ਮਿਲਿਆ, ਜਿੱਥੇ ਇੱਕ ਟ੍ਰੈਫਿਕ ਪੁਲਿਸ ਅਤੇ ਆਟੋ ਚਾਲਕ ਦੇ ਵਿਚਕਾਰ ਵਿਵਾਦ ਇੰਨਾ ਵੱਧ ਗਿਆ ਕਿ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਦੇ ਵੱਲੋਂ ਆਟੋ ਚਾਲਕ ਦੀ ਪਹਿਲਾਂ ਮਾਰ ਕੁਟਾਈ ਕਰ ਦਿੱਤੀ ਗਈ ਤੇ ਫਿਰ ਉਸ ਦੀ ਪੱਗ ਵੀ ਉਤਾਰ ਦਿੱਤੀ ਗਈ। ਉੱਥੇ ਖੜੇ ਲੋਕਾਂ ਨੇ ਸਾਰੀ ਘਟਨਾ ਮੋਬਾਈਲ ਦੇ ਵਿੱਚ ਕੈਦ ਕਰ ਲਈ। ਭਰਤਪੁਰ ਤੋਂ SBI ਬੈਂਕ ਦੇ ਵਿੱਚ ਅਜੀਬੋ-ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਚੋਰ PPE ਕਿੱਟ ਪਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਬੈਂਕ ਲੁੱਟਣ ਦੇ ਇਰਾਦੇ ਦੇ ਨਾਲ ਚੋਰਾਂ ਨੇ SBI ਬੈਂਕ ਦੀ ਕੰਧ ਨੂੰ ਪਹਿਲਾਂ ਵਿੰਨਿਆ ਅਤੇ ਬੈਂਕ ਦੇ ਅੰਦਰ ਦਾਖਲ ਹੋ ਗਏ, ਜਿੱਥੇ ਉਹਨਾਂ ਨੇ ਵਾਲਟ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। CCTV ਦੇਖਣ ਤੋਂ ਪਤਾ ਲੱਗਿਆ ਕਿ ਚੋਰਾਂ ਨੇ ਆਪਣੀ ਪਹਿਚਾਣ ਲੁਕਾਉਣ ਦੇ ਲਈ PPE ਕਿੱਟਾਂ ਪਾਈਆਂ ਹੋਈਆਂ ਸਨ। ਉੱਥੇ ਹੀ ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਾਣਸੀ ਦੇ ਵਿੱਚ BJP ਨੇਤਾ ਦੇ ਵੱਲੋਂ ਇੱਕ ਨੌਜਵਾਨ ਨੂੰ ਸ਼ਰੇਆਮ ਕੁੱਟਿਆ ਮਾਰਿਆ ਗਿਆ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਾਣਸੀ ਦੇ ਵਿੱਚ ਭਾਜਪਾ ਘੱਟ ਗਿਣਤੀ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸ਼ਾਹਿਦ ਖਾਨ ਨੇ ਇੱਕ ਲੜਕੇ ਨਾਲ ਦੁਰਵਿਹਾਰ ਕਰਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸ਼ਹਿਰ ਦੇ ਸਿੰਗਰਾ ਥਾਣਾ ਖੇਤਰ ਦੇ ਲੱਲਾਪੁਰਾ ਖੇਤਰ ਦੇ ਵਿੱਚ ਇੱਕ ਲਾਨ ਦੇ ਵਿੱਚ ਪਹੁੰਚਿਆ ਸੀ, ਜਦੋਂ ਕਿ ਨੌਜਵਾਨ ਦੀ ਉਸ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਗਈ। ਹੁਣ ਪੁਲਿਸ ਦੇ ਵਿੱਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਥੁਰਾ ਦੇ ਵਿੱਚ ਅੱਜ ਸਾਬਕਾ ਕੌਂਸਲਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਜਿਸ ਨਾਲ ਖੇਤਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਤਲ ਦੀ ਇਹ ਸਾਰੀ ਘਟਨਾ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਵਿੱਚ ਵਾਪਰੀ ਹੈ, ਜਿੱਥੇ ਡੈਂਪਾਇਰ ਨਗਰ ਦੇ ਮਥੁਰਾ ਦੇ ਪੌਸ਼ ਇਲਾਕੇ ਦੇ ਵਿੱਚ ਇੱਕ ਸਾਈਕਲ ਤੇ ਸਵਾਰ ਦੋ ਬਦਮਾਸ਼ਾਂ ਨੇ ਸਾਬਕਾ ਕੌਂਸਲਰ ਮੀਰਾ ਠਾਕੁਰ ਨੂੰ ਜਨਤਕ ਤੌਰ ਤੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚੌਂਕ ਮਹਿਤਾ ਦੇ ਵਿੱਚ ਇਕਲੌਤੇ ਪੁੱਤਰ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਸਦਮੇ ਵਿੱਚੋਂ ਲੰਘ ਰਹੇ ਇੱਕ ਪਤੀ ਪਤਨੀ ਨੇ ਅੱਜ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਪਤੀ ਦੀ ਮੌਤ ਹੋ ਚੁੱਕੀ ਹੈ, ਜਦਕਿ ਪਤਨੀ ਦਾ ਇਲਾਜ ਜਾਰੀ ਹੈ। ਜਾਣਕਾਰੀ ਦੇ ਮੁਤਾਬਿਕ ਸਥਾਨਕ ਕਸਬੇ ਦੇ ਵਸਨੀਕ ਸੰਦੀਪ ਸਿੰਘ ਦੇ 16 ਸਾਲਾ ਪੁੱਤਰ ਕਵਰਨਵੀਰ ਸਿੰਘ ਗਹਿਰੀ ਨੇ ਕਰੀਬ 4 ਮਹੀਨੇ ਪਹਿਲਾਂ ਆਤਮ ਹੱਤਿਆ ਕਰ ਲਈ ਸੀ, ਜਿਸ ਤੋਂ ਬਾਅਦ ਪਿਤਾ ਸੰਦੀਪ ਸਿੰਘ ਤੇ ਮਾਤਾ ਤਜਿੰਦਰ ਕੌਰ ਬੇਹੱਦ ਹੀ ਪਰੇਸ਼ਾਨ ਰਹਿਣ ਲੱਗੇ ਸਨ, ਜਿਨ੍ਹਾਂ ਨੇ ਕਿ ਅੱਜ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ। ਲੁਧਿਆਣਾ ਵਿਖੇ ਅੰਬਾਲਾ ਵਾਸੀ ਇੱਕ 25 ਸਾਲਾ ਭਤੀਜੀ ਨੂੰ ਆਪਣੇ ਵਿਆਹ ਦਾ ਝਾਂਸਾ ਦੇ ਕੇ ਸਕਾ ਫੁੱਫੜ ਹੀ ਉਸ ਦੇ ਨਾਲ 2 ਸਾਲ ਤੱਕ ਜਬਰ ਜਨਾਹ ਕਰਦਾ ਰਿਹਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਵਿਆਹ ਕਰਾਉਣ ਤੋਂ ਸਾਫ਼ ਇਨਕਾਰ ਕਰਦਾ ਹੋਇਆ ਉਹ ਅੱਜ ਫਰਾਰ ਹੋ ਗਿਆ। ਫਿਲਹਾਲ ਇਸ ਮਾਮਲੇ ਵਿੱਚ ਅੰਬਾਲਾ ਥਾਣਾ ਵੂਮਨ ਪੁਲਿਸ ਨੇ ਦੋਸ਼ੀ ਖਿਲਾਫ ਦੇ 0 FIR ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰਕੇ ਲੁਧਿਆਣਾ ਨੂੰ ਇਸ ਦੀ ਕਾਪੀ ਤੇ ਪੁਲਿਸ ਵੀ ਭੇਜ ਦਿੱਤੀ ਹੈ। ਜਲਾਲਾਬਾਦ ਵਿਖੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਕੇਂਦਰ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ BJP ਲੀਡਰਸ਼ਿਪ ਅਤੇ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਲਾਲਾਬਾਦ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਇਸ ਰੋਸ ਮਾਰਚ ਵਿੱਚ ਔਰਤਾਂ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਕੇ BJP ਦੇ ਝੰਡੇ ਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਘਰਾਂ ਤੇ ਦੁਕਾਨਾਂ ਦੇ ਬਾਹਰ ਖੜੇ ਹੋ ਕੇ ਹੰਗਾਮਾ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਧਰਨੇ ਦੀ ਅਗਵਾਈ ਭਾਕਿਊ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕੀਤੀ ਹੈ। ਸਥਾਨਕ ਮੋਗਾ ਦੇ ਵਾਰਡ ਨੰਬਰ 9 ਵਿੱਚ ਚੋਣਾਂ ਤੋਂ ਪਹਿਲਾਂ ਹੋਈ ਹਿੰਸਕ ਝੜਪ ਦੇ ਵਿੱਚ ਸਾਬਕਾ ਸਰਪੰਚ ਸਮੇਤ 2 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਿਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ 9 ਵਿਖੇ ਕਾਂਗਰਸ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਸਿੱਧੂ ਪਤਨੀ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਚੋਣ ਲੜ ਰਹੇ ਹਨ, ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੁਲਵਿੰਦਰ ਕੌਰ ਪਤਨੀ ਗੁਰਵੇਜ ਸਿੰਘ ਲੜ ਰਹੇ ਹਨ। ਬੀਤੀ ਦੇਰ ਰਾਤ ਨੂੰ ਜਦੋਂ ਕੁਲਵਿੰਦਰ ਕੌਰ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਕਾਂਗਰਸੀ ਉਮੀਦਵਾਰ ਪਰਮਜੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਸਿੱਧੂ ਆਪਣੇ ਸਮਰਥਕਾਂ ਦੇ ਨਾਲ ਉੱਥੇ ਆ ਗਏ ਤੇ ਉਹਨਾਂ ਦਾ ਆਪਸ ਦੇ ਵਿੱਚ ਤਕਰਾਰ ਹੋ ਗਿਆ। ਇਹ ਤਕਰਾਰ ਉਸ ਸਮੇਂ ਹਿੰਸਕ ਹੋ ਗਿਆ ਜਦੋਂ ਦੋਹਾਂ ਪਾਰਟੀਆਂ ਸਮਰਥਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਗੱਡੀਆਂ ਦੀ ਭੰਨਤੋੜ ਕਰਨ ਦੇ ਨਾਲ ਕਾਂਗਰਸੀ ਉਮੀਦਵਾਰ ਨਰਿੰਦਰਪਾਲ ਸਿੰਘ ਸਿੱਧੂ ਦੇ ਬੇਟੇ ਨੇ 2 ਵਿਅਕਤੀਆਂ ਦੇ ਉੱਪਰ ਹੀ ਆਪਣੀ ਗੱਡੀ ਚੜਾ ਦਿੱਤੀ, ਜਿਸ ਦੌਰਾਨ
2 ਵਿਅਕਤੀਆਂ ਦੀ ਮੌਤ ਹਸਪਤਾਲ ਦੇ ਵਿੱਚ ਹੋ ਗਈ ਹੈ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਕੋਦਰ ਦੇ ਨਜ਼ਦੀਕੀ ਪਿੰਡ ਉਦੋਵਾਲ ਦੇ ਵਿੱਚ ਬੀਤੀ ਰਾਤ ਘਰ ਦੇ ਵਿੱਚ ਇਕੱਲਾ ਰਹਿੰਦੇ ਇੱਕ 65 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਾਤਾਂ ਵਿੱਚ ਉਸਦਾ ਕਤਲ ਹੋ ਗਿਆ। ਮ੍ਰਿਤਕ ਦੀ ਪਹਿਚਾਣ ਦਰਸ਼ਨ ਤੇਜੀ ਪੁੱਤਰ ਚਮਨ ਰਾਮ ਵਾਸੀ ਪਿੰਡ ਉਦੋਵਾਲ ਵਜੋਂ ਹੋਈ ਹੈ। ਉਧਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮਹਿਤਾਪੁਰ ਲਖਵੀਰ ਸਿੰਘ ਇੰਸਪੈਕਟਰ ਜੈਪਾਲ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਸਿਵਲ ਹਸਪਤਾਲ ਨਕੋਦਰ ਭੇਜ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਟਾਲਾ ਦੇ ਪਿੰਡ ਮੀਰਪੁਰ ਦੇ ਵਿੱਚ ਨਾਲ ਰਹਿ ਰਹੇ ਇੱਕ ਗੁਆਂਢੀਆਂ ਦੇ ਵੱਲੋਂ ਇੱਕ ਜਨਾਨੀ ਦੇ ਸਿਰ ਦੇ ਵਿੱਚ ਕੁੱਕਰ ਮਾਰ ਕੇ ਉਸਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਕਤਲ ਦੀ ਇਸ ਵਾਰਦਾਤ ਦਾ ਪਤਾ ਚੱਲਦੇ ਸਾਰ ਉਕਤ ਸਥਾਨ ਤੇ ਮੌਕੇ ਤੇ ਪੁਲਿਸ ਪਹੁੰਚ ਗਈ, ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਪੁਰਾਣੀ ਰੰਜਿਸ਼ ਦੇ ਤਹਿਤ ਜਨਾਨੀ ਦੇ ਸਿਰ ਵਿੱਚ ਕੁੱਕਰ ਮਾਰ ਕੇ ਉਸਦਾ ਕਤਲ ਕੀਤਾ ਗਿਆ ਹੈ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼। ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।